ਖਾਸਕਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਉਹਨਾਂ ਨੇ ਵੀ ਕਹਿ ਦਿੱਤਾ ਹੈ ਕਿ ਛੋਟੇ ਕਿਸਾਨਾਂ ਦੇ ਹਿੱਤ ਦੇ ਵਿੱਚ ਸੀਗੇ ਕਾਨੂੰਨ ਫਾਇਦਾ ਹੋਣਾ ਸੀ, ਲਾਭ ਹੋਣਾ ਸੀ, ਪਰ ਕੁਝ ਕਿਸਾਨ ਆਗੂਆਂ ਵੱਲੋਂ ਇਤਰਾਜ਼ ਜਤਾਇਆ ਗਿਆ ਤੇ ਜਿਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇਹ ਫੈਸਲਾ ਕੀਤਾ ਗਿਆ। ਮਨੋਹਰ ਲਾਲ ਖੱਟੜ ਉਹ ਇਹ ਗੱਲ ਕਹਿੰਦਾ ਹੈ ਕਿ ਕਾਨੂੰਨ ਤਾਂ ਬਹੁਤ ਵਧੀਆ ਸੀ, ਤੁਸੀਂ ਐਗਜ਼ੈਂਪਸ਼ਨ ਲੈ ਲਓ ਪ੍ਰਧਾਨ ਮੰਤਰੀ ਸਾਹਿਬ ਤੋਂ, ਆਪਦੇ ਰਾਜ ਚ ਲਾਗੂ ਕਰ ਦਿਓ, ਫਿਰ ਪਤਾ ਲੱਗ ਜੂ ਕਿਹੜੇ ਭਾਅ ਵਿਕਦੀ ਆ। ਜਹਾਜ਼ ਤਾਂ ਤੇਰਾ ਥੱਲੇ ਨਹੀਂ ਉਤਰਨ ਦਿੰਦੇ, ਤੇਰੇ ਡਿਪਟੀ ਮੁੱਖ ਮੰਤਰੀ ਨੂੰ ਨਹੀਂ ਖੜਨ ਦਿੰਦੇ ਉਹ ਕਿਤੇ। ਜੋ ਹੁਣ ਇਹ ਕਾਨੂੰਨ ਰੱਦ ਹੋ ਗਏ, ਇਦੋਂ ਬਾਅਦ ਵੀ ਇਹ ਰਾਗ ਅਲਾਪਣਾ ਵੀ ਕਾਨੂੰਨ ਤਾਂ ਬੜੇ ਵਧੀਆ ਬਣਾਏ ਸੀ, ਪਰ ਕਿਸਾਨਾਂ ਨੂੰ ਸਮਝ ਨਹੀਂ ਆਏ ਕਿਉਂਕਿ ਕਿਸਾਨਾਂ ਦੇ ਲੀਡਰ ਅਨਪੜ੍ਹ ਸੀ। ਸੋ ਅੱਜ ਦੇ ਜ਼ਮਾਨੇ ਦੇ ਵਿੱਚ ਇਹ ਕੁਝ ਕਹਿਣਾ ਉਹ ਮੰਦਭਾਗਾ ਗਲਤ ਸੀ। ਸੋ ਅੱਜ ਇਹ ਕਾਨੂੰਨ ਰੱਦ ਹੋ ਗਏ ਨੇ, ਇਹਦਾ ਤਕਰੀਬਨ ਸਾਰੇ ਪਾਸਿਆਂ ਤੋਂ ਹੀ ਸਵਾਗਤ ਹੋ ਰਿਹਾ ਹੈ। ਜਿਹੜਾ ਖੇਤੀਬਾੜੀ ਮੰਤਰੀ ਹੈ, ਜਿਹੜਾ ਅਜੀਬ ਕਿਸਮ ਦਾ ਸ਼ਕਲ ਜੀ ਬਣਾ ਕੇ ਕਿਸੇ ਨੇ ਪੁੱਛਿਆ ਸੀ ਕਿ ਭਾਈ ਸਾਹਿਬ ਹੱਸਦੇ ਹੋ ਕਿ ਰੋਂਦੇ ਹੋ, ਉਹ ਕਹਿੰਦਾ ਵੀ ਸ਼ਕਲ ਹੀ ਇਹੀ ਜੀ ਹੈ, ਹੁਣ ਅਸੀਂ ਕੀ ਸ਼ਕਲ ਥੋੜੀ ਬਦਲ ਕੇ ਲਿਆ ਸਕਦੇ। ਹੁਣ ਤੱਕ ਵੀ ਇਹ ਜੇ ਆਉਂਦੇ ਸੀ ਨਾ ਤਾਂ ਦੂਜੇ ਕਮਰਿਆਂ 'ਚ ਜਾ ਕੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨਾਲ ਗੱਲ ਕਰਦੇ ਸੀ, ਪਤਾ ਲੱਗਦਾ ਸੀ ਕਿ ਇਹਨਾਂ ਦੇ ਪੱਲੇ ਕੱਖ ਨਹੀਂ। ਇਹ ਤਾਂ ਕਿਸੇ ਦੇ ਬੁਲਾਏ ਬੋਲਦੇ ਆ ਜੀ। ਸੋ ਨਰਿੰਦਰ ਤੋਮਰ ਦਾ ਕਹਿਣਾ ਕਿ ਅਸੀਂ ਆ ਦੋ ਚੀਜ਼ਾਂ ਜਿਹੜੀਆਂ ਪ੍ਰਧਾਨ ਮੰਤਰੀ ਨੇ ਕੀਆਂ ਉਹਨੇ ਬੋਲਤੀਆਂ, ਜਿਹੜੇ ਤਰੀਕਿਆਂ ਦੇ ਨਾਲ ਸਭ ਤੋਂ ਵੱਧ ਕੜਿੱਕੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਰਕਰ ਆਏ ਹੋਏ ਸੀ, ਉਹਨਾਂ ਨੂੰ ਬਾਹਰ ਨਹੀਂ ਨਿਕਲ ਦਿੱਤਾ ਜਾਂਦਾ ਸੀ। ਕਈ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਉਹਨਾਂ ਦੇ ਲੀਡਰਾਂ ਦੇ ਨਾਲ ਜਿਹੜੀਆਂ ਸ਼ਾਇਦ ਉਹ ਨਹੀਂ ਵਾਪਰਨੀਆਂ ਚਾਹੀਦੀਆਂ ਸੀ। ਅਸੀਂ ਉਸ ਦਾ ਕਦੇ ਹਮਾਇਤ ਨਹੀਂ ਕੀਤੀ ਕਿਉਂਕਿ ਕਿਸਾਨ ਆਗੂ ਕਹਿੰਦੇ ਸੀ ਵੀ ਤੁਸੀਂ ਇਹਨੂੰ ਹਿੰਸਕ ਨਾ ਕਰਿਓ, ਜੇ ਹਿੰਸਕ ਕਰੋਗੇ ਮੋਦੀ ਜਿੱਤ ਜਾਏਗਾ। ਇਹ ਜਿੰਨੇ ਸੰਘਰਸ਼ ਨੇ ਉਹਨਾਂ ਦੀ ਹਮਾਇਤ ਕਰਕੇ ਸੱਤਾਧਾਰੀਆਂ ਦੇ ਉਲਟ ਭੁਗਤਾਉਂਦੇ ਨੇ, ਪਰ ਜਦੋਂ ਸਥਿਤੀ ਬਦਲ ਜਾਂਦੀ ਆ, ਉਹ ਆਦਤਾਂ ਜਿਹੜੀਆਂ ਪਈਆਂ ਹੋਈਆਂ ਜਦੋਂ ਆਪਦੇ ਗਲੇ ਦੀ ਹੱਡੀ ਬਣਦੀਆਂ ਨੇ ਤੇ ਉਸ ਵੇਲੇ ਜਾ ਕੇ ਫਿਰ ਇਹ ਆਸਾ ਪਾਸਾ ਵੇਖਦੇ ਨੇ ਵੀ ਹੋ ਕੀ ਗਿਆ। ਚਰਚਾ ਚੱਲ ਰਹੀ ਹੈ ਕਿ ਅਗਲੇ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ, ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਇਹ ਇਕੱਠੇ ਹੋ ਕੇ ਵੀ ਚੋਣ ਲੜ ਸਕਦੇ ਆ। 22 ਤਰੀਕ ਨੂੰ ਉਹਨਾਂ ਨੇ ਲਖਨਊ ਦੇ ਵਿੱਚ ਇੱਕ ਮਹਾਪੰਚਾਇਤ ਸੱਦੀ ਹੋਈ ਹੈ। ਬਿਲਕੁਲ ਜੀ। ਮਤਲਬ ਇਹ ਤਾਂ ਨਹੀਂ ਹੈ ਵੀ ਅੱਜ ਉਹਨੂੰ ਸਮਾਪਤ ਕਰ ਦੇਣਗੇ। ਅਜੇ ਕਾਨੂੰਨਨ ਗਰੰਟੀ ਐਮਐਸਪੀ ਦੀ ਜਿਉਂਦੀ ਤਿਉਂ ਖੜੀ ਹੈ, ਬਿਜਲੀ ਐਕਟ ਜਿਉਂਦੀ ਤਿਉਂ ਹੈ। ਹੋਰ ਜਿਹੜੇ ਕਿਸਾਨ 700 ਮਾਰੇ ਗਏ ਨੇ ਉਹਨਾਂ ਦੀ ਇਹ ਵੀ ਮੰਗ ਹੈ ਕਿ ਉਹਨਾਂ ਦਾ ਬਾਹ ਫੜੀ ਜਾਵੇ, ਕੇਂਦਰ ਸਰਕਾਰ ਉਹਨਾਂ ਦਾ ਕੁਛ ਨਾ ਕੁਛ ਦੇਵੇ। ਜੇ ਨੀਰਵ ਮੋਦੀ, ਸ਼ੀਰਵ ਮੋਦੀ, ਪਤਾ ਨਹੀਂ ਕਿੰਨੇ ਕੁ ਮੋਦੀ ਕਰੋੜਾਂ ਰੁਪਇਆ ਢਕਾਰ ਕੇ ਬਾਹਰ ਜਾ ਸਕਦੇ ਨੇ ਤੇ ਫਿਰ ਕਿਸਾਨਾਂ ਦਾ ਜਾਂ ਵੱਡੇ ਵੱਡੇ ਧਨਾਡਾਂ ਨੂੰ ਐਨਪੀਏ 'ਚ ਛੋਟ ਦੇ ਕੇ ਉਹਨਾਂ ਦੇ ਕਰਜ਼ੇ ਮਾਫ ਕੀਤੇ ਜਾ ਰਹੇ ਨੇ ਤੇ ਫਿਰ ਕਿਸਾਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ ਕੀਤਾ ਜਾ ਸਕਦਾ। ਸਤਿ ਸ਼੍ਰੀ ਅਕਾਲ। ਸਾਡਾ ਖਾਸ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ, ਗੱਲਬਾਤ ਕੀਤੀ ਜਾਂਦੀ ਹੈ। ਗੱਲਬਾਤ ਦਾ ਹਿੱਸਾ ਬਣਦੇ ਨੇ ਸਾਡੇ ਨਾਲ ਵਿਚਾਰ ਚਰਚਾ ਕਰਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਾਹਿਬ ਅੱਜ ਵੀ ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਢਿੱਲੋਂ ਸਾਹਿਬ ਸਵਾਗਤ ਹੈ ਜੀ ਤੁਹਾਡਾ। ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ। ਢਿੱਲੋਂ ਸਾਹਿਬ ਅੱਜ ਦੋ ਖਾਸ ਦਿਨ ਨੇ। ਇੱਕ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆ ਜੋ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਹੈ। ਦੇਸ਼ ਭਰ ਦੇ ਵਿੱਚ ਜਿੱਥੇ ਵੀ ਸਿੱਖ ਸੰਗਤ ਵਸਦੀ ਹੈ ਉਹਨਾਂ ਵੱਲੋਂ ਅੱਜ ਦਾ ਦਿਨ ਬੜੀ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਹੈ ਤੇ ਇਸੇ ਦੇ ਚੱਲਦਿਆਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੁੱਲ੍ਹ ਚੁੱਕਿਆ ਹੈ। ਹੁਣ ਸੰਗਤਾਂ ਜਾ ਸਕਦੀਆਂ ਨੇ, ਦਰਸ਼ਨ ਕਰ ਸਕਦੀਆਂ ਨੇ ਗੁਰਦੁਆਰਾ ਸਾਹਿਬ ਦੀਆਂ। ਤੇ ਨਾਲ ਹੀ ਵੱਡੀ ਖਬਰ ਇਹ ਹੈ ਕਿ ਅੱਜ 3 ਖੇਤੀ ਕਾਨੂੰਨ ਜਿਨ੍ਹਾਂ ਨੂੰ ਲੈ ਕੇ ਰੇੜਕਾ ਬਰਕਰਾਰ ਸੀ, ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਡਟੇ ਹੋਏ ਸਨ, ਉਹਨਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਤੇ ਖੁਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਹ ਘੋਸ਼ਣਾ ਕੀਤੀ ਗਈ ਹੈ, ਫੈਸਲਾ ਕੀਤਾ ਗਿਆ ਤੇ ਇਸੇ ਦੇ ਚੱਲਦੇ ਵੱਖ-ਵੱਖ ਜਿੰਨੇ ਵੀ ਸਿਆਸੀ ਆਗੂ ਨੇ ਉਹਨਾਂ ਦੇ ਵੀ ਬਿਆਨ ਆਉਣੇ ਸ਼ੁਰੂ ਹੋ ਚੁੱਕੇ ਨੇ। ਕਿਹਾ ਜਾ ਰਿਹਾ ਸੀ ਕਿ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ, ਪਰ ਹੁਣ ਜਿਸ ਤਰ੍ਹਾਂ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨੇ ਖੁਦ ਇਹ ਐਲਾਨ ਕਰ ਦਿੱਤਾ ਹੈ ਕਿ ਅਸੀਂ ਇਹ ਕਾਨੂੰਨ ਵਾਪਸ ਲਵਾਂਗੇ, ਸ਼ਲਾਘਾਯੋਗ ਕਦਮ ਹੈ ਭਾਜਪਾ ਸਰਕਾਰ ਦਾ। ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿਸਾਨ ਹੁਣ ਕਦੋਂ ਤੱਕ ਘਰ ਵਾਪਸੀ ਕਰ ਲੈਣਗੇ? ਪਹਿਲੀ ਗੱਲ ਤਾਂ ਪਹਿਲੇ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਹੈ।
ਅੱਜ ਤੋਂ 552 ਵਰੇ ਪਹਿਲਾਂ ਉਹਨਾਂ ਨੇ ਇਸ ਜੱਗ ਦੇ ਵਿੱਚ ਅਵਤਾਰ ਧਾਰਿਆ। ਕਿਹਾ ਗਿਆ ਸੀ ਕਿ ਕੱਲ ਤਾਰਨ ਗੁਰੂ ਨਾਨਕ ਆਇਆ, ਸਤਿਗੁਰ ਨਾਨਕ ਪ੍ਰਗਟਿਆ ਜੀ, ਮਿੱਟੀ ਧੁੰਦ ਜੱਗ ਚਾਨਣ ਹੋਆ। ਬਿਲਕੁਲ। ਭਾਵ ਉਸ ਵੇਲੇ ਅਗਿਆਨਤਾ ਦਾ ਬਹੁਤ ਵੱਡਾ ਪਸਾਰ ਸੀ, ਘੱਟ ਅੱਜ ਵੀ ਨਹੀਂ। ਅੱਜ ਵੀ ਪਤਾ ਹੁੰਦੇ ਹੋਏ ਜਦੋਂ ਅਸੀਂ ਚੰਦ ਤੇ ਜਾ ਪਹੁੰਚੇ ਹਾਂ ਤੇ ਜਿਹੜੇ ਅਗਿਆਨਤਾ ਰੂਪੀ ਪਸਾਰ ਹੈ ਉਹਦਾ ਇੰਨਾ ਕੁ ਕਰ ਦਿੱਤਾ ਗਿਆ ਕਿ ਲੋਕਾਂ ਨੂੰ ਵਾਰ-ਵਾਰ ਇਸ ਅਗਿਆਨਤਾ ਦੇ ਵਿੱਚ ਹੀ ਘੜੀਸਿਆ ਜਾ ਰਿਹਾ ਹੈਗਾ ਜੀ। ਸੋ ਉਹਨਾਂ ਦਾ ਜਿਹੜਾ ਕੁਝ ਦਿਨ ਪਹਿਲਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਸਿਆਸੀ ਧਿਰਾਂ ਕਾਰਨ ਇਹ ਪਾਕਿਸਤਾਨ ਦੀ ਧਰਤੀ ਦੇ ਉੱਤੇ ਗਿਆ, ਜੇ ਉਸ ਵੇਲੇ ਸਾਡੀਆਂ ਸਿਆਸੀ ਧਿਰਾਂ ਕੋਈ ਚੱਜ ਦਾ ਕੰਮ ਕਰ ਲੈਂਦੀਆਂ ਤਾਂ ਇਹ ਇੱਧਰ ਉੱਧਰ ਦੇ ਵੱਟੇ ਦੇ ਵਿੱਚ ਇਹ ਧਰਤੀ ਸਾਡੇ ਵੱਲ ਰਹਿ ਸਕਦੀ ਸੀ। ਇਸ ਦਾ ਹਿੱਸੇ ਦੀ ਧਰਤੀ ਉਹਨਾਂ ਨੂੰ ਦੂਜੇ ਪਾਸੇ ਹੋਰ ਮੁਹੱਈਆ ਕਰਾਈ ਜਾ ਸਕਦੀ ਸੀ। ਚਲੋ ਸਮੇਂ ਦੇ ਹਾਕਮਾਂ ਨੇ ਉਸ ਪਾਸੇ ਵੱਲ ਨਹੀਂ ਕੀਤਾ, ਪਰ ਅਸੀਂ ਪੂਰੇ ਵਿਸ਼ਵ ਦੇ ਵਾਸੀਆਂ ਨੂੰ ਅੱਜ ਦੇ ਦਿਨ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀ ਬਹੁਤ 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 ਵਧਾਈ ਦਿੰਦੇ ਹਾਂ ਜੀ ਕਿ ਉਹਨਾਂ ਦਾ ਪ੍ਰਕਾਸ਼ ਦਿਹਾੜੇ ਦੇ ਨਾਲ ਹੀ ਸਿੱਖ ਧਰਮ ਦਾ ਜਿਹੜਾ ਸੀ ਪੰਥ ਦੀ ਨੀਂਹ ਰੱਖੀ ਗਈ ਸੀ। ਉਹਨਾਂ ਦਾ ਜਿਹੜਾ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਜਦੋਂ ਗੱਲ ਕੀਤੀ ਤਾਂ ਅਸੀਂ ਅਕਸਰ ਇਹ ਗੱਲ ਕਹਿੰਦੇ ਸੀ ਕਿ ਜਦੋਂ ਵੀ ਇਹ ਰੱਦ ਕੀਤਾ ਨਰਿੰਦਰ ਮੋਦੀ ਨੇ ਅਚਨਚੇਤ ਕੰਮ ਕਰਨਾ ਹੈ। ਕਾਰਨ ਉਹਨੇ ਨੋਟਬੰਦੀ ਕੀਤੀ 8 ਨਵੰਬਰ ਨੂੰ 2016 ਨੂੰ ਰਾਤੇ ਰਾਤ ਕੰਮ ਕਰਤਾ। ਬਿਲਕੁਲ। GST ਦਾ ਉਸੇ ਤਰ੍ਹਾਂ ਕੰਮ ਲਿਆ, ਕਿਸੇ ਦੇ ਨਾਲ ਨਾ ਗੱਲ ਕੀਤੀ ਨਾ ਬਾਤ ਕੀਤੀ। ਅੱਜ ਵੀ ਕਿਸੇ ਨੂੰ ਚੇਤਾ ਨਹੀਂ ਸੀ ਕਿ ਇਹ ਕਰ ਲਿਆ ਜਾਵੇਗਾ। ਇੰਨਾ ਜ਼ਰੂਰ ਸੀ ਕਿ ਅੰਦਰ ਖਾਤੇ ਕੋਈ ਨਾ ਕੋਈ ਕੜੀ ਪੱਕ ਰਹੀ ਹੈ। ਉਹਨਾਂ ਨੇ ਕਿਸੇ ਨੂੰ ਵੀ ਇਹਦਾ ਕ੍ਰੈਡਿਟ ਦੇਣ ਦਾ ਯਤਨ ਨਹੀਂ ਕੀਤਾ। ਨਹੀਂ ਪਹਿਲਾਂ ਗੱਲਾਂ ਚੱਲਦੀਆਂ ਸੀ ਕਿ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਦੇ ਥਰੂ ਗੱਲ ਬਹੁਤ ਚੱਲ ਰਹੀ ਹੈ, ਕੋਈ ਕਿਸੇ ਦੇ ਰੂਪ 'ਚ ਕਹਿੰਦਾ ਸੀ, ਕੋਈ ਕਿਸੇ ਰੂਪ 'ਚ ਕਹਿੰਦਾ ਸੀ, ਪਰ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਵਰਗੇ ਬਹੁਤ ਸਾਰੇ ਕਹਿੰਦੇ ਸੀ ਕਿ ਅਸੀਂ ਬਿਲਕੁਲ ਨੇੜੇ ਹਾਂ ਔਰ ਅਸੀਂ ਇਹ ਕਾਨੂੰਨ ਰੱਦ ਕਰਾ ਕੇ ਜਾਣਾ। ਅੱਜ ਸਵੇਰੇ ਲਗਭਗ 9:15 ਵਜੇ ਦੇਸ਼ ਦਾ ਪ੍ਰਧਾਨ ਮੰਤਰੀ ਵੱਖ-ਵੱਖ TV ਚੈਨਲਾਂ ਦੇ ਉੱਤੇ ਲਾਈਵ ਹੁੰਦਾ ਹੈ ਤਾਂ ਉਹ ਕਹਿੰਦਾ ਕਿ ਅਸੀਂ ਤਾਂ ਕਾਨੂੰਨ ਬਹੁਤ ਵਧੀਆ ਤਰੀਕੇ ਨਾਲ ਬਣਾਏ ਸੀ, ਕਿਸਾਨਾਂ ਵਾਸਤੇ ਬਣਾਏ ਸੀ, ਉਹਨਾਂ ਦੀ ਮਦਦ ਲਈ ਬਣਾਏ ਸੀ। ਬਹੁਤ ਸਾਰਿਆਂ ਨੇ ਸਮਰਥਨ ਵੀ ਦਿੱਤਾ, ਪਰ ਕੁਝ ਕਿਸਾਨਾਂ ਨੂੰ ਅਸੀਂ ਸਮਝਾਉਣ 'ਚ ਨਾਕਾਮ ਰਹੇ, ਜਿਹਦੇ ਕਰਕੇ ਉਹਨਾਂ ਨੇ ਮਾਫੀ ਵੀ ਮੰਗੀ ਹੈ। ਸੋ ਕਹਿੰਦੇ ਅਸੀਂ ਇਹ ਕਾਨੂੰਨ ਜਿਹੜੇ ਆ ਉਹਨਾਂ ਨੂੰ ਰੱਦ ਕਰ ਦੇਵਾਂਗੇ। 29 ਨਵੰਬਰ ਤੋਂ ਪਾਰਲੀਮੈਂਟ ਦਾ ਹਾਊਸ ਚੱਲਣਾ ਹੈ, ਸੈਸ਼ਨ ਸ਼ੁਰੂ ਹੋਣਾ ਹੈ। ਉਹ ਸੈਸ਼ਨ ਦੇ ਵਿੱਚ ਇਹ ਲਿਆਂਦੇ ਜਾਣਗੇ। ਮੇਰਾ ਖਿਆਲ ਹੁਣ ਕਿਸੇ ਨੂੰ ਕੋਈ ਇਹਦੇ 'ਚ ਕਿੰਤੂ ਨਹੀਂ ਰਹਿਣਾ। ਜੇ ਹਾਕਮ ਧਿਰ ਨੇ ਇਹਦੇ ਹੱਕ ਦੇ ਵਿੱਚ ਖੜਨਾ ਹੈਗਾ ਤਾਂ ਵਿਰੋਧੀ ਤਾਂ ਪਹਿਲਾਂ ਹੀ ਖੜੇ ਨੇ। ਇਸ ਕਰਕੇ ਸਰਬਸੰਮਤੀ ਦੇ ਨਾਲ ਇਹਨਾਂ ਨੂੰ ਕਾਨੂੰਨ ਰੱਦ ਕਰਨ ਦਾ ਜਿਹੜਾ ਬਿੱਲ ਹੈ ਉਹ ਪਾਸ ਹੋ ਜਾਏਗਾ। ਬਾਅਦ ਦੇ ਵਿੱਚ ਉਹ ਰਾਸ਼ਟਰਪਤੀ ਕੋਲੇ ਜਾ ਕੇ ਖਰੜਾ ਜਿਹੜਾ ਹੈਗਾ ਕਾਨੂੰਨ ਦਾ ਰੂਪ ਧਾਰਨ ਕਰ ਲਵੇਗਾ। ਚਲੋ ਦੇਰ ਆਏ ਦਰੁਸਤ ਆਏ, ਪਰ ਇਹ ਸਾਰੇ ਮਾਮਲੇ ਦੇ ਵਿੱਚ ਅਸੀਂ ਨੁਕਸਾਨ ਬਹੁਤ ਕਰਾਤਾ। 700 ਦੇ ਆਸ-ਪਾਸ ਦੇ ਕਰੀਬ ਕਿਸਾਨਾਂ ਦੀਆਂ ਜਾਨਾਂ ਚਲੀਆਂ ਗਈਆਂ ਔਰ ਹੁਣ ਤੱਕ ਇਹਨਾਂ ਨੂੰ ਭੰਡਣ ਦਾ ਯਤਨ ਕੀਤਾ ਗਿਆ। ਅਸਲ ਦੇ ਵਿੱਚ 5 ਰਾਜਾਂ ਦੀਆਂ ਚੋਣਾਂ ਆ ਰਹੀਆਂ ਨੇ। ਆ ਤਾਜ਼ਾ 29 ਵਿਧਾਨ ਸਭਾ ਤੇ 3 ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਦੇ ਨਤੀਜੇ ਆਏ, ਉਹਨੇ ਭਾਰਤੀ ਜਨਤਾ ਪਾਰਟੀ ਨੂੰ ਕੰਬਣੀ ਛੇੜਤੀ। ਉਹਨਾਂ ਨੇ ਵੱਡੀ ਪੱਧਰ ਦੇ ਉੱਤੇ ਉਹਨਾਂ ਨੂੰ ਮਤਲਬ ਜਿਹੜਾ ਨੁਕਸਾਨ ਹੋਇਆ ਉਹਦੇ ਤੋਂ ਨਜ਼ਰ ਆਉਣ ਲੱਗ ਗਿਆ ਕਿ ਇਹ ਜਿਹੜਾ ਟ੍ਰੇਲਰ 29 ਵਿਧਾਨ ਸਭਾ ਤੇ 3 ਲੋਕ ਸਭਾ ਦੇ ਵਿੱਚ ਆਇਆ ਤੇ ਜਿਹੜੀ ਫਿਲਮ ਆਉਣੀ ਹੈ ਫਰਵਰੀ ਮਹੀਨੇ ਦੇ ਵਿੱਚ, ਉਹ ਫਿਲਮ ਵੀ ਇਹੋ ਜਿਹੀ ਹੀ ਆਏਗੀ ਜੀ। ਉਹਨਾਂ ਨੂੰ ਲੱਗਿਆ ਕਿ ਜੇ ਇਹ ਕਾਨੂੰਨ ਇਹ ਰੇੜਕਾ ਜਿਉਂ ਦੀ ਤਿਉਂ ਰਹਿੰਦਾ ਤਾਂ ਅਸੀਂ ਕਦੇ ਵੀ ਕਿਸਾਨਾਂ ਤੇ ਜਿੱਤ ਪ੍ਰਾਪਤ ਨਹੀਂ ਕਰ ਸਕਦੇ। ਉਹਨਾਂ ਕਿਸਾਨਾਂ ਦਾ ਸਿਰ ਦੇਖੋ, ਉਹ ਲਗਭਗ 11 ਮਹੀਨੇ ਤੇ 24 ਦਿਨ ਉੱਥੇ ਬੈਠੇ ਨੇ। 1 ਸਾਲ ਹੋਣ 'ਚੋਂ ਸਿਰਫ 6 ਦਿਨ ਬਚੇ ਸੀ। ਅੱਜ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਉੱਤੇ ਪ੍ਰਧਾਨ ਮੰਤਰੀ ਨੇ ਜੇ ਇਹ ਐਲਾਨ ਕੀਤਾ, ਅਸੀਂ ਸਵਾਗਤ ਕਰਦੇ ਹਾਂ। ਭਾਵੇਂ ਬਹੁਤ ਕੁਝ ਨੁਕਸਾਨ ਹੋਇਆ, ਜਿਹੜੀ ਗੱਲ ਅੱਜ ਕੀਤੀ ਜਾ ਰਹੀ ਹੈ ਕਿ ਅਸੀਂ MSP ਘੱਟੋ ਘੱਟ ਸਮਰਥਨ ਮੁੱਲ ਦੇ ਉੱਤੇ
ਇੱਕ ਕਮੇਟੀ ਬਣਾਵਾਂਗੇ ਜੀ ਉਹਦੇ ਵਿੱਚ ਕੇਂਦਰ ਦੇ ਮੰਤਰੀ ਬੈਠਣਗੇ, ਹੂੰ ਰਾਜਾਂ ਦੇ ਨੁਮਾਇੰਦੇ ਵੀ ਆਉਣਗੇ, ਕਿਸਾਨਾਂ ਦੇ ਨੁਮਾਇੰਦੇ ਵੀ ਬੁਲਾਏ ਜਾਣਗੇ, ਮਾਹਰ ਆਰਥਿਕਤਾ ਦੇ, ਮਾਹਰ ਖੇਤੀ ਦੇ, ਉਹਨਾਂ ਨੂੰ ਵੀ ਨਾਲ ਬਿਠਾ ਕੇ ਮੇਰਾ ਖਿਆਲ ਹੈ ਇਹਦਾ ਕੋਈ ਸਮਾਬੱਧ ਕੀਤਾ ਜਾਵੇ ਜੀ ਕਿ MSP ਤੇ ਜਿਹੜੀ ਉਹਦੀ ਕਾਨੂੰਨਨ ਗਰੰਟੀ ਦਿੱਤੀ ਜਾਵੇ। ਔਰ ਇੱਕ ਕਿਸਾਨ ਕਹਿੰਦੇ ਨੇ ਕਿ ਜਿਹੜੇ ਬਿਜਲੀ ਕਾਨੂੰਨ 2020 ਪਾਸ ਕਰਨ ਲੱਗੇ ਨੇ ਉਹਨਾਂ ਨੂੰ ਵੀ ਰੱਦ ਕੀਤਾ ਜਾਵੇ। ਇਹ ਸਾਰੀਆਂ ਚੀਜ਼ਾਂ ਦਾ ਸਾਨੂੰ ਲਿਖਤੀ ਵਿਸ਼ਵਾਸ ਦੇ ਦਿੱਤਾ ਜਾਵੇ। ਉਸ ਤੋਂ ਬਾਅਦ ਜਿਵੇਂ ਅਸੀਂ ਕਹਿੰਦੇ ਸੀ ਕਿ ਕਿਸਾਨਾਂ ਨੇ ਉਧਰੋਂ ਜਥਿਆਂ ਦੇ ਰੂਪ ਵਿੱਚ ਭੰਗੜੇ ਪਾਉਂਦੇ ਆਉਣਾ ਔਰ ਵੱਖ-ਵੱਖ ਥਾਵਾਂ ਤੇ ਉਹਨਾਂ ਦਾ ਫਿਰ ਦੂਜੀਆਂ ਕਿਸਾਨ ਜਥੇਬੰਦੀਆਂ ਨੇ ਸਵਾਗਤ ਵੀ ਕਰਨਾ ਜੀ। ਢਿੱਲੋਂ ਸਾਹਿਬ ਬਿਲਕੁਲ ਜਿਹੜੇ ਹੋਰ ਵੀ ਇਹਨਾਂ ਦੇ ਮੰਤਰੀ ਨੇ, ਖਾਸ ਕਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ, ਉਹਨਾਂ ਨੇ ਵੀ ਕਹਿ ਦਿੱਤਾ ਹੈ ਕਿ ਛੋਟੇ ਕਿਸਾਨਾਂ ਦੇ ਹਿੱਤ ਦੇ ਵਿੱਚ ਸੀਗੇ, ਕਾਨੂੰਨ ਫਾਇਦਾ ਹੋਣਾ ਸੀ, ਲਾਭ ਹੋਣਾ ਸੀ, ਪਰ ਕੁਝ ਕਿਸਾਨ ਆਗੂਆਂ ਵੱਲੋਂ ਇਤਰਾਜ਼ ਜਤਾਇਆ ਗਿਆ ਤੇ ਜਿਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇਹ ਫੈਸਲਾ ਕੀਤਾ ਗਿਆ। ਪਹਿਲਾਂ ਤਾਂ ਜਿਹੜਾ ਖੇਤੀਬਾੜੀ ਮੰਤਰੀ ਹੈ, ਜਿਹੜਾ ਅਜੀਬ ਕਿਸਮ ਦਾ ਸ਼ਕਲ ਜੀ ਬਣਾ ਕੇ ਕਿਸੇ ਨੇ ਪੁੱਛਿਆ ਸੀ ਕਿ ਭਾਈ ਸਾਹਿਬ ਹੱਸਦੇ ਹੋ ਕਿ ਰੋਂਦੇ ਹੋ, ਉਹ ਕਹਿੰਦਾ ਵੀ ਸ਼ਕਲ ਹੀ ਇਹੀ ਜੀ ਹੈ, ਹੁਣ ਅਸੀਂ ਕੀ ਸ਼ਕਲ ਥੋੜੀ ਬਦਲ ਕੇ ਲਿਆ ਸਕਦੇ ਹਾਂ। ਸੋ ਧਰਮਿੰਦਰ, ਇਹਨਾਂ ਲੋਕਾਂ ਨੇ ਜਿਹੜਾ ਇਹ ਬਦਲ ਕੀਤਾ, ਹੁਣ ਅੱਜ ਪ੍ਰਧਾਨ ਮੰਤਰੀ ਨੇ ਰੱਦ ਕਰਤੇ, ਅੱਜ ਹੀ ਬੋਲੀ ਬਦਲ ਗਈ ਇਹਨਾਂ ਦੀ। ਬਿਲਕੁਲ ਹੁਣ ਤੱਕ ਵੀ ਇਹ ਜੇ ਆਉਂਦੇ ਸੀ ਨਾ ਤਾਂ ਦੂਜੇ ਕਮਰਿਆਂ 'ਚ ਜਾ ਕੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨਾਲ ਗੱਲ ਕਰਦੇ ਸੀ, ਪਤਾ ਲੱਗਦਾ ਸੀ ਕਿ ਇਹਨਾਂ ਦੇ ਪੱਲੇ ਕੱਖ ਨਹੀਂ। ਇਹ ਤਾਂ ਕਿਸੇ ਦੇ ਬੁਲਾਏ ਬੋਲਦੇ ਆ ਜੀ। ਸੋ ਨਰਿੰਦਰ ਤੋਮਰ ਦਾ ਕਹਿਣਾ ਕਿ ਅਸੀਂ ਆ ਦੋ ਚੀਜ਼ਾਂ ਜਿਹੜੀਆਂ ਪ੍ਰਧਾਨ ਮੰਤਰੀ ਨੇ ਕਹੀਆਂ ਉਹਨੇ ਬੋਲਤੀਆਂ, ਤੇ ਜਿਹੜਾ ਹਰਿਆਣੇ ਦਾ ਮੁੱਖ ਮੰਤਰੀ ਹੈ ਮਤਲਬ ਖੱਟੜ, ਮਨੋਹਰ ਲਾਲ ਖੱਟੜ, ਉਹ ਇਹ ਗੱਲ ਕਹਿੰਦਾ ਹੈ ਕਿ ਕਾਨੂੰਨ ਤਾਂ ਬਹੁਤ ਵਧੀਆ ਸੀ, ਤੁਸੀਂ ਐਗਜ਼ੈਂਪਸ਼ਨ ਲੈ ਲਓ ਪ੍ਰਧਾਨ ਮੰਤਰੀ ਸਾਹਿਬ ਤੋਂ, ਆਪਦੇ ਰਾਜ 'ਚ ਲਾਗੂ ਕਰ ਦਿਓ, ਤੈਨੂੰ ਪਤਾ ਲੱਗ ਜੂ ਕਿਹੜੇ ਭਾਅ ਵਿਕਦੀ ਆ। ਜਹਾਜ਼ ਤਾਂ ਤੇਰਾ ਥੱਲੇ ਨਹੀਂ ਉਤਰਨ ਦਿੰਦੇ, ਤੇਰੇ ਡਿਪਟੀ ਮੁੱਖ ਮੰਤਰੀ ਨੂੰ ਨਹੀਂ ਖੜਨ ਦਿੰਦੇ ਉਹ ਕਿਤੇ, ਕੋਈ ਹੋਰ ਨਹੀਂ ਹੈ। ਸੋ ਬਾਰ-ਬਾਰ ਇਹ ਜੋ ਹੁਣ ਇਹ ਕਾਨੂੰਨ ਰੱਦ ਹੋ ਗਏ, ਇਦੋਂ ਬਾਅਦ ਵੀ ਇਹ ਰਾਗ ਅਲਾਪਣਾ ਵੀ ਕਾਨੂੰਨ ਤਾਂ ਬੜੇ ਵਧੀਆ ਬਣਾਏ ਸੀ, ਪਰ ਕਿਸਾਨਾਂ ਨੂੰ ਸਮਝ ਨਹੀਂ ਆਏ ਕਿਉਂਕਿ ਕਿਸਾਨਾਂ ਦੇ ਲੀਡਰ ਅਨਪੜ੍ਹ ਸੀ ਜੀ। ਜਿਹੜੀ ਪੜ੍ਹਾਈ ਇਹ ਨਰਿੰਦਰ ਮੋਦੀ ਦੀ ਟੀਮ ਤੇ ਇਹਨਾਂ ਦੇ ਮੰਤਰੀਆਂ ਨੇ, ਭਾਵੇਂ ਉਹ ਹਰਿਆਣੇ ਦਾ ਹੋਵੇ ਕਿਤੋਂ ਹੋਰ ਦਾ ਹੋਵੇ, ਇਹਨਾਂ ਨੇ ਉਹ ਪ੍ਰਾਪਤ ਕੀਤੀ ਹੈ, ਉਹ ਕਿਸੇ ਕੋਲੇ ਹੋਰ ਨਹੀਂ ਹੈ। ਸੋ ਅੱਜ ਦੇ ਜ਼ਮਾਨੇ ਦੇ ਵਿੱਚ ਇਹ ਕੁਛ ਕਹਿਣਾ ਉਹ ਮੰਦਭਾਗਾ, ਗਲਤ ਸੀ। ਸੋ ਅੱਜ ਇਹ ਕਾਨੂੰਨ ਰੱਦ ਹੋ ਗਏ ਨੇ, ਇਹਦਾ ਤਕਰੀਬਨ ਸਾਰੇ ਪਾਸਿਆਂ ਤੋਂ ਹੀ ਸਵਾਗਤ ਹੋ ਰਿਹਾ। ਇੱਕ ਚੀਜ਼ ਹੋਰ ਆਵੇਗੀ, ਅਗਲੇ ਪਾਸੇ ਚੋਣਾਂ ਆ ਰਹੀਆਂ ਨੇ, ਜਿਹੜੇ ਤਰੀਕਿਆਂ ਦੇ ਨਾਲ ਸਭ ਤੋਂ ਵੱਧ ਕੜਿੱਕੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਰਕਰ ਆਏ ਹੋਏ ਸੀ, ਉਹਨਾਂ ਨੂੰ ਬਾਹਰ ਨਹੀਂ ਨਿਕਲ ਦਿੱਤਾ ਜਾਂਦਾ ਸੀ। ਕਈ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਉਹਨਾਂ ਦੇ ਲੀਡਰਾਂ ਦੇ ਨਾਲ ਜਿਹੜੀਆਂ ਸ਼ਾਇਦ ਉਹ ਨਹੀਂ ਵਾਪਰਨੀਆਂ ਚਾਹੀਦੀਆਂ ਸੀ। ਅਸੀਂ ਉਸ ਦਾ ਕਦੇ ਹਮਾਇਤ ਨਹੀਂ ਕੀਤੀ, ਕਿਉਂਕਿ ਕਿਸਾਨ ਆਗੂ ਕਹਿੰਦੇ ਸੀ ਵੀ ਤੁਸੀਂ ਇਹਨੂੰ ਹਿੰਸਕ ਨਾ ਕਰਿਓ, ਜੇ ਹਿੰਸਕ ਕਰੋਗੇ ਮੋਦੀ ਜਿੱਤ ਜਾਏਗਾ, ਬਿਲਕੁਲ ਨਹੀਂ ਤਾਂ ਤੁਸੀਂ ਜਿੱਤੋਗੇ, ਸ਼ਾਂਤੀ ਨਾਲ ਰਹੋ। ਪਰ ਸੰਯੁਕਤ ਕਿਸਾਨ ਮੋਰਚੇ ਦੇ ਬਾਵਜੂਦ ਵੀ ਕਈ ਸਥਾਨਕ ਪੱਧਰ ਦੇ ਆਗੂਆਂ ਨੇ ਜਿਹੜਾ ਕੰਮ ਸ਼ੁਰੂਆਤ ਕੀਤੀ, ਅਸਲ ਦੇ ਵਿੱਚ ਇਹਦੇ ਲਈ ਜ਼ਿੰਮੇਵਾਰ ਰਾਜਸੀ ਲੋਕ ਨੇ। ਜਦੋਂ ਇਹ ਸੱਤਾ 'ਚ ਬਾਹਰ ਹੁੰਦੇ ਨੇ ਤਾਂ ਇਹ ਜਿੰਨੇ ਸੰਘਰਸ਼ ਨੇ ਉਹਨਾਂ ਦੀ ਹਮਾਇਤ ਕਰਕੇ ਸੱਤਾਧਾਰੀਆਂ ਦੇ ਉਲਟ ਭੁਗਤਾਉਂਦੇ ਨੇ, ਪਰ ਜਦੋਂ ਸਥਿਤੀ ਬਦਲ ਜਾਂਦੀ ਆ, ਉਹ ਆਦਤਾਂ ਜਿਹੜੀਆਂ ਪਈਆਂ ਹੋਈਆਂ ਜਦੋਂ ਆਪਦੇ ਗਲੇ ਦੀ ਹੱਡੀ ਬਣਦੀਆਂ ਨੇ, ਤੇ ਉਸ ਵੇਲੇ ਜਾ ਕੇ ਫਿਰ ਇਹ ਆਸਾ ਪਾਸਾ ਵੇਖਦੇ ਨੇ ਵੀ ਹੋ ਕੀ ਗਿਆ। ਢਿੱਲੋਂ ਸਾਹਿਬ, ਨਾਲ ਹੀ ਗੱਲ ਕੀਤੀ ਜਾਵੇ ਸੁਪਰੀਮ ਕੋਰਟ ਦੀ, ਤਾਂ ਸੁਪਰੀਮ ਕੋਰਟ ਵੱਲੋਂ ਵੀ ਪਰਾਲੀ ਦੇ ਮੁੱਦੇ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਗਿਆ ਸੀ। ਟਿੱਪਣੀ ਦਿੱਤੀ ਗਈ ਸੀ ਕਿ ਸਾਰਾ ਪ੍ਰਦੂਸ਼ਣ ਹੈ ਜੋ ਉਹ ਕਿਸਾਨਾਂ ਦੀ ਪਰਾਲੀ ਨਾਲ ਨਹੀਂ ਹੁੰਦਾ, ਉਹ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਫੈਸਲਾ ਸੀਗਾ। ਕਿਸਾਨ ਜਿਸ ਤਰ੍ਹਾਂ ਦੇ ਨਾਲ ਖੁਸ਼ੀ ਮਨਾ ਰਹੇ ਨੇ, ਧਰੇੜੀ ਜੱਟਾਂ ਟੋਲ ਪਲਾਜ਼ਾ ਉੱਥੋਂ ਲੰਘ ਰਹੇ ਸੀ ਤਾਂ ਪੂਰੀ ਤਰ੍ਹਾਂ ਦੇ ਨਾਲ ਢੋਲ ਵਜਾਏ ਜਾ ਰਹੇ ਨੇ, ਲੱਡੂ ਖਾਂਦੇ ਹੋਏ ਨਜ਼ਰ ਆਏ ਕਿਸਾਨ। ਤੇ ਹੁਣ ਇਸੇ ਦੇ ਚੱਲਦਿਆਂ ਹੀ ਜਿਹੜੇ ਕਿਸਾਨ ਨੇ ਉਹਨਾਂ ਨੂੰ ਇੱਕ ਨਵੀਂ ਉਮੀਦ ਜਾਗੀ ਹੈ। ਪਰ ਇਹਦਾ ਵੱਡਾ ਸਵਾਲ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਨੇ, ਉਹਦੇ ਤੇ ਕਿੰਨਾ ਕੁ ਅਸਰ ਪੈ ਸਕਦਾ ਹੈ? ਪੂਰਾ ਹੀ ਪਏਗਾ ਜੀ, ਪੂਰਾ ਹੀ ਪਏਗਾ ਇਹਦੇ ਉੱਤੇ ਅਸਰ। ਭਾਰਤੀ ਜਨਤਾ ਪਾਰਟੀ ਨੇ ਜਿਹੜਾ ਇਹ ਕਦਮ ਚੁੱਕਿਆ, ਉਹ ਚੁੱਕਿਆ ਤਾਂ ਇਸ ਕਰਕੇ ਆ ਕਿ ਸਾਨੂੰ 2022 ਦੇ ਵਿੱਚ, ਪਰ ਦੂਜੇ ਪਾਸੇ ਇਹ ਵੀ ਦੇਖੋ ਨਾ, 700 ਕਿਸਾਨਾਂ ਦੀ ਮੌਤ ਹੋ ਗਈ ਹੈ। 4 ਕਿਸਾਨਾਂ ਤੇ 3 ਕਿਸਾਨ ਤੇ 1 ਪੱਤਰਕਾਰ ਦੇ ਉੱਤੇ ਲਖੀਮਪੁਰ ਖੇੜੀ ਦੇ ਵਿੱਚ ਇਹਨਾਂ ਦੇ ਆਗੂਆਂ ਨੇ ਗੱਡੀਆਂ ਚੜਾਤੀਆਂ ਜੀ। ਇਹਨਾਂ ਦਾ ਵਿਰੋਧ ਹੋਇਆ, ਪੈਰ ਪੈਰ ਦੇ ਉੱਤੇ ਵਿਰੋਧ ਹੋਇਆ। ਸੋ ਜਿਹੜਾ
ਇਹ ਹੈ, ਇਹ ਅਸਰ ਪੱਕਾ ਹਰ ਹਾਲਤ 'ਚ ਹੋਵੇਗਾ, ਕਿਉਂਕਿ ਹਾਲੇ ਤੱਕ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਬਹੁਤ ਸਾਰਾ ਜਿਹੜਾ ਸਾਡਾ ਗੋਦੀ ਮੀਡੀਆ ਨਾ, ਉਹ ਤਰ੍ਹਾਂ ਤਰ੍ਹਾਂ ਦੇ ਪ੍ਰਚਾਰ ਤੇ ਲੱਗੇ ਹੋਏ ਨੇ, ਜਿਵੇਂ ਉਹ ਅੱਜ ਹੀ 2022 ਦੀ ਲੜਾਈ ਜਿੱਤ ਗਏ ਨੇ ਤੇ ਉਹ ਮੋਦੀ ਸਾਹਿਬ ਨੂੰ ਯੂਪੀ, ਪੰਜਾਬ, ਮਣੀਪੁਰ, ਉੱਤਰਾਖੰਡ ਤੇ ਗੋਆ ਦੇ ਵਿੱਚੋਂ ਬਹੁਮਤ ਜਿਵੇਂ ਲੈ ਲਿਆ ਉਹਨਾਂ ਨੇ, ਉਸ ਤਰ੍ਹਾਂ ਦਾ ਵਿਹਾਰ ਕਰਦੇ ਨੇ। ਆਗੂਆਂ ਨੂੰ ਪੁੱਛਣਗੇ, ਆਗੂ ਕਹਿੰਦਾ ਮੈਨੂੰ ਇਹ ਯਾਦ ਹੈ ਇੱਕ ਪੱਤਰਕਾਰ ਸਾਹਿਬਾਨ ਸੁਖਦੇਵ ਸਿੰਘ ਢੀਂਡਸਾ ਨਾਲ ਗੱਲ ਕਰ ਰਹੇ ਨੇ, ਉਹ ਕਹਿੰਦਾ ਵੀ ਪਾਰਟੀ ਦੇ ਵਿੱਚ ਬੈਠਾਂਗੇ, ਗੱਲ ਕਰਾਂਗੇ, ਉਦੋਂ ਬਾਅਦ ਦੇਖਾਂਗੇ ਅਸੀਂ ਕਿਹਦੇ ਨਾਲ ਹਮਾਇਤ ਕਰਨੀ ਆ, ਕਿਹਦਾ ਕੀ ਕਰਨਾ ਹੈ। ਨਹੀਂ, ਤੁਸੀਂ ਵਿਅਕਤੀਗਤ ਪਰ ਭਾਜਪਾ ਦੀ ਕਰੋਗੇ ਨਾ। ਉਹ ਕਹਿੰਦਾ ਯਾਰ ਅੱਜ ਦੀ ਇਹ ਗੱਲ ਹੀ ਨਹੀਂ ਹੈਗੀ, ਅਜੇ ਪ੍ਰਕਾਸ਼ ਪੁਰਬ ਦੀ ਗੱਲ ਕਰੋ, ਗੁਰੂ ਸਾਹਿਬ ਦੇ ਇਹ ਕਾਨੂੰਨ ਮੋਦੀ ਨੇ ਰੱਦ ਕਰਤੇ ਆ, ਉਹਨਾਂ ਤੇ ਗੱਲ ਕਰੋ। ਭਾਵ ਜਿਹੜੇ ਚੈਨਲ ਦੀ ਜੋ ਵਿਚਾਰਧਾਰਾ ਉਹ ਸੰਬੰਧਿਤ ਆਗੂ ਦੇ ਮੂੰਹ 'ਚ ਪਾਉਣ ਦਾ ਯਤਨ ਕੀਤਾ ਜਾਂਦਾ ਹੈਗਾ। ਮੈਂ ਇਹ ਸਮਝਦਾ ਕਿ ਜਿਹੜੀ ਸਾਡੀ ਵਿਚਾਰਧਾਰਾ ਨਹੀਂ ਲਾਗੂ ਹੋਣੀ ਚਾਹੀਦੀ, ਵਿਚਾਰਧਾਰਾ ਉਸ ਪਾਰਟੀ ਦੀ ਹੈ। ਬੰਦੇ ਕਹਿ ਰਹੇ ਆ ਕਿ ਅਸੀਂ ਮੀਟਿੰਗ ਕਰਾਂਗੇ। ਕਿਸਾਨ ਮੋਰਚੇ ਨੇ ਸਪਸ਼ਟ ਕਰਤਾ ਕਿ ਅਗਲੇ ਦਿਨਾਂ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਇੱਕ ਮੀਟਿੰਗ ਕਰੇਗਾ। ਉਹ ਮੀਟਿੰਗ ਦੇ ਵਿੱਚ ਵਿਚਾਰ ਕੀਤਾ ਜਾਵੇਗਾ, ਕਿਉਂਕਿ ਉਹਨਾਂ ਨੇ ਕਿਹਾ ਕਿ ਪਾਰਲੀਮੈਂਟ ਦੇ ਵਿੱਚ ਪਹਿਲਾਂ ਇਹਨੂੰ ਰੱਦ ਕਰੋ ਜਾਂ ਸਾਨੂੰ ਲਿਖ ਕੇ ਦਿਓ। ਸੋ ਉਦੋਂ ਪਹਿਲਾਂ ਇਹ ਕਹੀ ਜਾਣਾ ਤੁਸੀਂ ਥੋੜਾ ਉਸਕੇ ਸਾਥ ਸਮਝੌਤਾ ਹੋ ਜਾਏਗਾ, ਐਸਾ ਹੋ ਜਾਏਗਾ, ਐਸਾ ਹੋ ਜਾਏਗਾ। ਇਹ ਪਤਾ ਨਹੀਂ ਕਿਹੜੀ ਗੱਲ ਕਰਦੇ ਆ, ਕਿਹੜੀ ਨਹੀਂ ਕਰਦੇ। ਸੋ ਜਿੰਨੀਆਂ ਵੀ ਧਿਰਾਂ ਨੇ, ਕਿਹਨੇ ਭਾਜਪਾ ਦੇ ਨਾਲ ਖੜਨਾ ਹੈ, ਕਿਹਨੇ ਭਾਜਪਾ ਦੇ ਵਿਰੋਧ 'ਚ ਖੜਨਾ ਹੈ, ਕਿਹਨੇ ਕਾਂਗਰਸ ਦੀ ਮਦਦ ਕਰਨੀ ਹੈ, ਕੀ ਇਹਦੇ ਵਿੱਚ ਜਿਹੜੀ ਚਰਚਾ ਚੱਲ ਰਹੀ ਹੈ ਕਿ ਅਗਲੇ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ, ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਇਹ ਇਕੱਠੇ ਹੋ ਕੇ ਵੀ ਚੋਣ ਲੜ ਸਕਦੇ ਹੈ। ਇਹ ਕਿਆਸ ਰੰਗਾਂ ਨੇ, ਇਹ ਕੋਈ ਫੈਸਲਾ ਨਹੀਂ ਹੈ। ਤਾਂ ਅਜੇ ਜਿਹੜਾ ਆਹ ਦਸੰਬਰ ਦਾ ਮਹੀਨਾ ਨਾ ਆ ਰਿਹਾ, ਇਹ ਬੜਾ ਕਰੂਸ਼ਲ ਹੈ। ਇਹਦੇ ਵਿੱਚ ਜੋੜ ਤੋੜ ਕਾਫੀ ਹੋਵੇਗੀ, ਕਿਹੜੀ ਪਾਰਟੀ ਨੇ ਕਿਹਦੇ ਨਾਲ ਲੜਨਾ ਹੈ। ਹਾਲੇ ਸੰਯੁਕਤ ਕਿਸਾਨ ਮੋਰਚੇ ਨੇ ਆਪਣਾ ਕੋਈ ਪ੍ਰੋਗਰਾਮ ਤਾਂ ਦਿੱਤਾ ਨਹੀਂ। ਉਹ ਪਹਿਲਾਂ ਮੀਟਿੰਗ ਕਰਨਗੇ। 22 ਤਰੀਕ ਨੂੰ ਉਹਨਾਂ ਨੇ ਲਖਨਊ ਦੇ ਵਿੱਚ ਇੱਕ ਮਹਾਪੰਚਾਇਤ ਸੱਦੀ ਹੋਈ ਹੈ। ਬਿਲਕੁਲ ਜੀ। ਮਤਲਬ ਇਹ ਤਾਂ ਨਹੀਂ ਹੈ ਵੀ ਉਹ ਅੱਜ ਉਹਨੂੰ ਸਮਾਪਤ ਕਰ ਦੇਣਗੇ। ਅਜੇ ਕਾਨੂੰਨਨ ਗਰੰਟੀ MSP ਦੀ ਜਿਉਂਦੀ ਤਿਉਂ ਖੜੀ ਹੈ, ਬਿਜਲੀ ਐਕਟ ਜਿਉਂਦੀ ਤਿਉਂ ਹੈ। ਹੋਰ ਜਿਹੜੇ ਕਿਸਾਨ 700 ਮਾਰੇ ਗਏ ਨੇ, ਉਹਨਾਂ ਦੀ ਇਹ ਵੀ ਮੰਗ ਹੈ ਕਿ ਉਹਨਾਂ ਦਾ ਬਾਹ ਫੜੀ ਜਾਵੇ, ਕੇਂਦਰ ਸਰਕਾਰ ਉਹਨਾਂ ਦਾ ਕੁਛ ਨਾ ਕੁਛ ਦੇਵੇ। ਇਹ ਵੀ ਮੰਗ ਹੈ ਕਿ ਜਿਹੜੇ ਕਿਸਾਨਾਂ ਦੇ ਉੱਤੇ ਕਰਜ਼ਾ ਚੜਿਆ ਵਾ, ਜੇ ਨੀਰਵ ਮੋਦੀ, ਸ਼ੀਰਵ ਮੋਦੀ, ਪਤਾ ਨਹੀਂ ਕਿੰਨੇ ਕੁ ਮੋਦੀ ਕਰੋੜਾਂ ਰੁਪਇਆ ਢਕਾਰ ਕੇ ਬਾਹਰ ਜਾ ਸਕਦੇ ਨੇ, ਤੇ ਫਿਰ ਕਿਸਾਨਾਂ ਦਾ ਜਾਂ ਵੱਡੇ ਵੱਡੇ ਧਨਾਡਾਂ ਨੂੰ NPA 'ਚ ਛੋਟ ਦੇ ਕੇ ਉਹਨਾਂ ਦੇ ਕਰਜ਼ੇ ਮਾਫ ਕੀਤੇ ਜਾ ਰਹੇ ਨੇ, ਤੇ ਫਿਰ ਕਿਸਾਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ ਕੀਤਾ ਜਾ ਸਕਦਾ। ਇਹ ਕਾਫੀ ਮੰਗਾਂ ਨੇ। ਜਦੋਂ ਕਿਸਾਨ ਮੋਰਚੇ ਵਾਲੇ ਆਪ ਦਾ ਪ੍ਰੋਗਰਾਮ ਦੇਣਗੇ, ਇਹ ਉਸ ਤੋਂ ਬਾਅਦ ਪਤਾ ਲੱਗੇਗਾ ਕੀ ਕਿਸਾਨ ਸਾਰਿਆਂ ਨੂੰ ਫ੍ਰੀ ਕਰਦੇ ਆ ਕਿ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਜਾਵੇ ਆਪਦੀ ਵੋਟ ਪਾਵੇ ਨਾ ਪਾਵੇ, ਜਾਂ ਜਿਹੜੀ ਗੱਲ ਗੁਰਨਾਮ ਸਿੰਘ ਚੜੂਨੀ ਵਾਰ-ਵਾਰ ਕਹਿੰਦਾ ਹੈ ਕਿ ਸਾਨੂੰ ਚੋਣਾਂ ਲੜਨੀਆਂ ਚਾਹੀਦੀਆਂ ਨੇ, ਸਾਨੂੰ ਭਾਗ ਲੈਣਾ ਚਾਹੀਦਾ। ਅਸੀਂ ਕਦੋਂ ਕੁ ਤੱਕ ਇਹਨਾਂ ਬੇਗੈਰਤ ਲੋਕਾਂ ਦੇ ਪਿੱਛੇ ਲੱਗ ਕੇ ਆਪਦੀਆਂ ਜਾਨਾਂ ਗਵਾਈ ਜਾਵਾਂਗੇ, ਆਪਦਾ ਸਾਰਾ ਕੁਝ ਗਵਾਈ ਜਾਵਾਂਗੇ। ਸੋ ਅਜੇ ਸੰਯੁਕਤ ਕਿਸਾਨ ਮੋਰਚੇ ਨੇ ਭਵਿੱਖ ਦੇ ਫੈਸਲੇ ਤੋਂ ਬਾਅਦ ਹੀ ਕੋਈ ਵਿਉਂਤਬੰਦੀ ਬਣੂਗੀ ਕਿ ਕਿਹੜੀ ਸਿਆਸੀ ਪਾਰਟੀ ਕਿੱਥੇ ਖੜੀ ਹੈ। ਹਾਲੇ ਸਾਰੇ ਆਪੋ ਆਪਣੀ ਡਫਲੀ ਬਣਾਏ ਜਾ ਰਹੇ ਨੇ, ਲੇਕਿਨ ਅਗਲੇ ਦਿਨਾਂ ਦੇ ਵਿੱਚ ਇੱਕ ਦੂਜੇ ਦੇ ਵਿੱਚ ਰਲੇਵਾਂ ਜਾਂ ਇੱਕ ਦੂਜੇ ਦੀ ਹਮਾਇਤ, ਕਿਸੇ ਨੇ ਕੋਈ ਸੀਟਾਂ ਦਾ ਲੈਣ ਦੇਣ, ਇਹ ਸਾਰਾ ਅਗਲੇ ਦਿਨਾਂ ਦੇ ਵਿੱਚ ਹੋਵੇਗਾ। ਜੀ ਟੁੱਲਰ ਸਾਹਿਬ, ਤੁਹਾਨੂੰ ਵੀ ਯਾਦ ਹੋਵੇਗਾ ਕਿ ਪ੍ਰਤਾਪ ਸਿੰਘ ਬਾਜਵਾ ਦਾ ਰਾਜ ਸਭਾ ਦੇ ਵਿੱਚ ਵੱਡਾ ਬਿਆਨ ਸੀ ਕਿ ਮੋਦੀ ਸਾਹਿਬ ਤੁਸੀਂ ਖੇਤੀ ਕਾਨੂੰਨ ਵਾਪਸ ਕਰ ਲਓ। ਜਿਹੜੇ ਪੰਜਾਬੀ ਅੱਜ ਤੁਹਾਨੂੰ ਘੇਰ ਕੇ ਬੈਠੇ ਨੇ, ਖਾਸ ਕਰ ਪੰਜਾਬ ਦੇ ਕਿਸਾਨ, ਉਹਨਾਂ ਦੇ ਤੁਸੀਂ ਵੱਡੇ ਦਿਲ ਨੂੰ ਨਹੀਂ ਜਾਣਦੇ। ਉਹਨਾਂ ਨੇ ਤੁਹਾਨੂੰ ਮੋਢਿਆਂ ਤੇ ਚੁੱਕ ਲੈਣਾ ਹੈ, ਤੁਹਾਡੀ ਹਰ ਥਾਂ ਦੇ ਉੱਤੇ ਵਾਅਵਾ ਕਰਵਾ ਦੇਣਗੇ। ਤੁਸੀਂ ਇੱਕ ਵਾਰ ਖੇਤੀ ਕਾਨੂੰਨ ਵਾਪਸ ਕਰਕੇ ਤਾਂ ਦੇਖੋ, ਉਹੀ ਕੁਝ ਦੇਖਣ ਨੂੰ ਮਿਲ ਰਿਹਾ। ਨਹੀਂ, ਬਿਲਕੁਲ ਠੀਕ ਗੱਲ ਹੈਗੀ ਹੈ ਜੀ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਬਕਾਇਦਾ ਰਾਜ ਸਭਾ ਦੇ ਵਿੱਚ ਬੋਲਿਆ ਸੀ ਮੋਦੀ ਸਾਹਿਬ ਦੀ ਹਾਜ਼ਰੀ ਦੇ ਵਿੱਚ, ਔਰ ਮੋਦੀ ਸਾਹਿਬ ਨੇ ਮੌਨ ਧਾਰ ਲਿਆ, ਚੁੱਪ ਕਰਕੇ ਇੰਨਾ ਜ਼ਰੂਰ ਕਹਿਤਾ ਸੀ ਕਿ ਬਾਜਵਾ ਸਾਹਿਬ ਬੜੇ ਵੱਡੇ ਲੀਡਰ ਨੇ, ਇਹਨਾਂ ਦਾ ਕਿਆ ਕਹਿਣਾ। ਬਿਲਕੁਲ। ਸੋ ਹੁਣ ਸਥਿਤੀ ਤਾਂ ਉਹਨਾਂ ਦੀ ਬਣੀ ਵੀ ਹੈ ਨਾ, ਜਿਹੜੇ ਭਾਰਤੀ ਜਨਤਾ ਪਾਰਟੀ ਦੀਆਂ ਪੂਛਾਂ ਲਵਾ ਕੇ ਤੇ ਹੁਣ ਤੱਕ ਵੱਖ-ਵੱਖ ਚੈਨਲਾਂ ਤੇ ਜਦੋਂ ਵੀ ਕੋਈ ਗੱਲ ਕਰਦੇ, ਇਹ ਕਾਨੂੰਨ ਨਹੀਂ ਰੱਦ ਹੋਣੇ, ਰਿਪੀਲ ਨਹੀਂ ਹੋਣੇ, ਬਾਕੀ ਜੋ ਮਰਜ਼ੀ ਕਰੋ। ਤਾਂ ਮੈਂ ਕਹਿੰਦਾ ਕਾਨੂੰਨ ਰੱਦ ਨਹੀਂ ਹੋਣਗੇ। ਅੱਜ ਉਹਨਾਂ ਦੇ ਮੂੰਹ ਡੇਵੇ ਸੀ, ਬਿਲਕੁਲ ਜਵਾਬ ਨਹੀਂ ਆਉਂਦਾ ਸੀ। ਕਈ ਥਾਵਾਂ ਤੇ ਗੱਲ ਕਰਦੇ ਸੀ, ਜਦੋਂ ਅੱਗੋਂ ਪੱਤਰਕਾਰ ਸਵਾਲ ਪੁੱਛਦੇ ਸੀ ਉਹ ਛੱਡ ਕੇ ਭੱਜਦੇ ਸੀ ਕੈਮਰਿਆਂ ਦੇ ਉੱਤੋਂ। ਸੋ ਗੱਲ ਉਨੀ ਕੁ ਕਰਨੀ ਚਾਹੀਦੀ ਹੈ ਜਿੰਨੀ ਕੁ ਪੁੱਗ ਜਾਵੇ। ਆਹ ਜਿਹੜਾ ਕੁਝ ਅੱਜ ਮੋਦੀ ਸਾਹਿਬ ਨੇ ਕੀਤਾ,
ਜੇ ਉਸ ਵੇਲੇ ਇਹ ਨਾ ਕਰਦੇ। ਲੱਗਦਾ ਇਹ ਸੀ ਕਿ ਮੋਦੀ ਤੇ ਅਮਿਤ ਸ਼ਾਹ ਦੋ ਬੰਦਿਆਂ ਦੀ ਜੋੜੀ ਆ, ਹਮ ਦੋ ਹਮਾਰੇ ਦੋ, ਚਾਰ ਕੁ ਉਹਨਾਂ ਦੇ ਗਾਹਾਂ ਆ ਵੱਡੇ ਧਨਾੜ ਆੜੀ ਨੇ, ਮਿੱਤਰ ਨੇ, ਉਹਨਾਂ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਸੀ। ਪਰ ਕਿਸਾਨ ਆਪਣੇ ਭਵਿੱਖ ਦੀ ਲੜਾਈ ਲੜ ਰਿਹਾ ਸੀ। ਅੱਜ ਦੇ ਇਤਿਹਾਸ ਦੇ ਵਿੱਚ ਧਰਮਿੰਦਰ ਇਸ ਤਰ੍ਹਾਂ ਦਾ ਐਡਾ ਲੰਬਾ ਸੰਘਰਸ਼ ਸ਼ਾਇਦ ਹੀ ਕੋਈ ਚੱਲਿਆ ਹੋਵੇ। ਬਿਲਕੁਲ ਜੀ। ਇਹ ਵੀ ਇੱਕ ਇਤਿਹਾਸਕ ਗੱਲ ਹੋ ਚੁੱਕੀ ਹੈ ਕਿ ਕਿਸੇ ਸੰਘਰਸ਼ ਨੇ ਸਭ ਤੋਂ ਜਿੱਦੀ ਪ੍ਰਧਾਨ ਮੰਤਰੀ ਦੀ ਜਿੱਦ ਤੋੜ ਦਿੱਤੀ ਹੋਵੇ, ਉਹਨੂੰ ਝੁਕਣ ਲਈ ਮਜਬੂਰ ਕਰ ਦਿੱਤਾ ਹੋਵੇ। ਇਹ ਸਥਿਤੀ ਬਣ ਰਹੀ ਸੀ ਕਿ ਜਿਹੜਾ ਇਹਨਾਂ ਦੀਆਂ ਆਪਦੀਆਂ ਸ਼ਿਖਾਵਾਂ ਨੇ, ਆਪਣੀਆਂ ਧਿਰਾਂ ਨੇ, ਅੰਦਰ ਖਾਤੇ ਉਹਨਾਂ ਨੇ ਵੀ ਨਰਿੰਦਰ ਮੋਦੀ ਦਾ ਵਿਰੋਧ ਸ਼ੁਰੂ ਕਰ ਦਿੱਤਾ ਸੀ ਕਿ ਤੁਸੀਂ ਜਾਣ ਬੁੱਝ ਕੇ ਰਿੜਕਾ ਪਾਇਆ ਵਿਆ। ਔਰ ਉਹ ਦਿੱਲੀ ਦੇ ਬਾਰਡਰ ਜਿੱਥੇ ਕਿਸਾਨਾਂ ਨੇ ਡੇਰੇ ਲਾਏ ਹੋਏ ਸੀ, ਉਹਨਾਂ ਨੇ ਇਹ ਸਾਬਤ ਕਰਤਾ। ਛੋਟੀਆਂ ਛੋਟੀਆਂ ਬੱਚੀਆਂ ਇਹ ਗੱਲ ਕਹਿੰਦੀਆਂ ਸੀ ਕਿ ਜਦੋਂ ਤੋਂ ਕਿਸਾਨ ਅੰਕਲ ਇੱਥੇ ਬੈਠੇ ਨੇ, ਕਿਸੇ ਦੀ ਛੇੜਨ ਦੀ ਹਿੰਮਤ ਨਹੀਂ। ਬਿਲਕੁਲ ਜੀ। ਕਿਸੇ ਮਨ ਚਲੇ ਦੀ, ਕਿਸੇ ਮਸਟੰਡੇ ਦੀ ਅੱਖ ਚੱਕ ਕੇ ਦੇਖਣ ਦੀ ਆਦਤ ਨਹੀਂ ਜਦੋਂ ਤੋਂ ਕਿਸਾਨ ਉੱਥੇ ਬੈਠੇ ਨੇ। ਇੱਥੋਂ ਤੱਕ ਕਿ ਦਿੱਲੀ ਦੇ ਬਹੁਤ ਸਾਰੇ ਲੋਕ ਉਹਨਾਂ ਦੇ ਸੁੱਤੇ ਉੱਠਣ ਤੋਂ ਪਹਿਲਾਂ ਹੀ ਵੱਖ-ਵੱਖ ਕਿਸਮ ਦੇ ਮੇਵੇ ਉਹਨਾਂ ਦੇ ਸਰਾਣਿਆਂ ਥੱਲੇ ਰੱਖ ਦਿੰਦੇ ਸੀ ਲਿਆ ਕੇ, ਕਿ ਤੁਸੀਂ ਉੱਠੋਗੇ, ਚਾਹ ਪੀਣੀ ਹੈ, ਆਹ ਰਸ ਖਾਓ, ਬਦਾਮ ਖਾਓ, ਕੁਝ ਹੋਰ ਖਾਓ। ਤੇ ਜਿਹੜੀਆਂ 50 ਵੱਖ-ਵੱਖ ਕਿਸਮ ਦੀਆਂ ਜਥੇਬੰਦੀਆਂ ਸੀ, ਸਭ ਤੋਂ ਵੱਡੀ ਗੱਲ ਇਸ ਕਿਸਾਨੀ ਸੰਘਰਸ਼ ਨੇ ਜਿਹੜੀ ਭਾਈਚਾਰਕ ਸਾਂਝ ਦਾ ਵਾਅਦਾ ਕੀਤਾ, ਉਹਦਾ ਕੋਈ ਮੁਕਾਬਲਾ ਨਹੀਂ। ਜਦੋਂ ਮੁਜ਼ੱਫਰਨਗਰ ਦੇ ਵਿੱਚ ਮਹਾਪੰਚਾਇਤ ਹੋਈ ਤਾਂ ਉੱਥੇ ਟਕੈਤ ਸਾਹਿਬ ਤੇ ਬਾਕੀ ਕਿਸਾਨ ਆਗੂ ਨੇ ਨਾਅਰਾ ਕੀ ਦਿੱਤਾ? ਹਰ ਹਰ ਮਹਾਦੇਵ, ਅੱਲਾਹੂ ਅਕਬਰ, ਜੋ ਬੋਲੇ ਸੋਨਿਹਾਲ, ਸਤਿ ਸ੍ਰੀ ਅਕਾਲ, ਇਨਕਲਾਬ ਜ਼ਿੰਦਾਬਾਦ, ਜਿੰਦਾਬਾਦ, ਜੈ ਜਵਾਨ ਜੈ ਕਿਸਾਨ। ਇਹ ਨਾਅਰਾ ਜਦੋਂ ਦਿੱਤਾ, ਇਹਨਾਂ ਨੇ ਉਸੇ ਯੂਪੀ ਦੇ ਵਿੱਚ ਦੋ ਫਿਰਕਿਆਂ ਨੂੰ ਵੰਡਣ ਦਾ ਯਤਨ ਕੀਤਾ। ਇਸ ਤੋਂ ਪਹਿਲਾਂ ਦੁਬਾਰਾ ਫੇਰ ਰਾਕੇਸ਼ ਟਕੈਤ ਦਾ ਮੈਂ ਇਸ ਗੱਲ ਤੋਂ ਸੈਲੂਟ ਕਰਦਾ ਉਹਨਾਂ ਨੂੰ, ਉਹਨਾਂ ਦੀ ਸੋਚ ਨੂੰ। ਬਥੇਰੇ ਸਵਾਲ ਉੱਠੇ, ਲੇਕਿਨ ਕਦੇ ਵੀ ਸਾਰਾ ਕ੍ਰੈਡਿਟ ਉਹਨੇ ਆਪ ਦੇ ਸਿਰ ਲੈਣ ਦਾ ਯਤਨ ਨਹੀਂ ਕੀਤਾ। ਹਾਲਾਂਕਿ 26 ਜਨਵਰੀ ਦੀ ਘਟਨਾ ਤੋਂ ਬਾਅਦ ਜਦੋਂ ਅੰਦੋਲਨ ਮੁੜ ਪੈਰਾਂ ਸਿਰ ਹੋਇਆ ਤਾਂ ਉਹਦੇ ਵਿੱਚ ਰਾਕੇਸ਼ ਟਕੈਤ ਦੀ ਬਹੁਤ ਵੱਡੀ ਭੂਮਿਕਾ ਹੈ। ਰਾਕੇਸ਼ ਟਕੈਤ ਦਾ ਹੰਝੂ ਸਿੱਟ ਕੇ ਅਪੀਲ, ਇੱਕ ਭਾਵਪੂਰਨ ਅਪੀਲ ਕਰਨੀ ਐਡੀ ਵੱਡੀ ਗੱਲ ਸੀ ਕਿ ਦੁਬਾਰਾ ਇਹ ਸੰਘਰਸ਼ ਪੈਰਾਂ ਤੇ ਹੋ ਗਿਆ। ਨਹੀਂ ਤਾਂ ਬਥੇਰੀਆਂ ਚਾਲਾਂ ਚੱਲੀਆਂ, ਜਿਵੇਂ ਕਹਿੰਦੇ ਆ ਨਾ, ਦੁਸ਼ਮਣ ਬਾਤ ਕਰੇ ਅਣਹੋਣੀ। ਬਥੇਰੀਆਂ ਚਾਲਾਂ ਚੱਲੀਆਂ, ਕਦੇ ਮਾਇਓਵਾਦੀ, ਅੱਤਵਾਦੀ, ਵੱਖਵਾਦੀ, ਪਤਾ ਨਹੀਂ ਕਿਹੜੇ ਕਿਹੜੇ ਨਾਂ ਇਹਨਾਂ ਨੂੰ ਦਿੱਤੇ ਸੀ। ਇਸ ਕਰਕੇ ਮੈਂ ਕਹਿਣਾ ਚਾਹਾਂਗਾ ਕਿ ਅੱਜ ਜੇ ਗੁਰੂ ਨਾਨਕ, ਇਹਦੇ 'ਚ ਨਾ ਅਸਲ ਦੇ ਵਿੱਚ ਗੱਲ ਕਹੀਏ, ਗੁਰੂ ਨਾਨਕ ਦੇਵ ਨੇ ਕਿਰਤ ਦਾ ਸੰਦੇਸ਼ ਦਿੱਤਾ ਸੀ ਤੇ ਅੱਜ ਗੁਰੂ ਨਾਨਕ ਸਾਹਿਬ ਦੀ ਹੀ ਕਿਰਪਾ ਵਰਤੀ ਹੈ। ਸਭ ਤੋਂ ਵੱਧ ਜੇ ਕਿਸੇ ਨੇ ਕੋਈ ਸੰਵੇਦਨਸ਼ੀਲਤਾ ਦੇ ਨਾਲ ਬਿਆਨ ਦਿੱਤਾ ਹੈ ਤਾਂ ਉਹ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿੱਤਾ ਹੈ ਜੀ। ਬਾਕੀਆਂ ਨੇ ਇੱਕ ਇਨਡਾਇਰੈਕਟ ਤਰੀਕੇ ਦੇ ਨਾਲ ਆਪੋ ਆਪਣਾ ਕ੍ਰੈਡਿਟ ਲੈਣ ਦਾ ਯਤਨ ਕੀਤਾ। ਪਰ ਜਿਹੜੀ ਗੱਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤੀ ਹੈ ਕਿ ਇਹਦੇ ਤੇ ਕਿਸੇ ਦੀ ਕੋਈ ਜਿੱਤ ਨਹੀਂ, ਇਹ ਤਾਂ ਬਾਬੇ ਨਾਨਕ ਦੀ ਕਿਰਪਾ ਹੋਈ ਹੈ ਤੇ ਜਿੱਤ ਕਿਸਾਨਾਂ ਦੀ ਹੈ, ਨਾ ਕਿ ਕਿਸੇ ਧਿਰ ਦੀ ਹੈ। ਕਿਸਾਨੀ ਸੰਘਰਸ਼ ਨੇ ਨਰਿੰਦਰ ਮੋਦੀ ਨੂੰ ਮਜਬੂਰ ਕਰਤਾ ਕਿ ਉਹਨਾਂ ਦੀ ਗੱਲ ਮੰਨੀ ਜਾਵੇ ਤੇ ਉਹਨਾਂ ਦੀ ਗੱਲ ਨੂੰ ਮੰਨ ਕੇ ਇਹ ਕਾਨੂੰਨ ਰਿਪੀਲ ਰੱਦ ਕੀਤੇ ਜਾਣ। ਜੋ ਅੱਜ ਹੋਇਆ, ਇਹ ਕਿਸਾਨਾਂ ਦਾ ਸੰਘਰਸ਼, ਕਿਸਾਨਾਂ ਦੀ ਮਿਹਨਤ ਰੰਗ ਲਿਆਈ ਹੈ। ਅਸੀਂ ਪ੍ਰਧਾਨ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਕਿ ਚਲੋ ਨੁਕਸਾਨ ਤਾਂ ਬਹੁਤ ਹੋ ਗਿਆ, ਪਰ ਫਿਰ ਵੀ ਜੇ ਉਹਨਾਂ ਨੇ ਕਿਸਾਨਾਂ ਦੀ ਮੁੱਖ ਮੰਗ ਨੂੰ ਮੰਨ ਲਿਆ ਅੱਜ ਗੁਰਪੁਰਬ ਦੇ ਦਿਹਾੜੇ ਦੇ ਉੱਤੇ। ਇਹ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਹਰਪਾਲ ਸਿੰਘ ਚੀਮਾ, ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਸਮੇਤ ਭਾਜਪਾ ਦੇ ਤਕਰੀਬਨ ਸਾਰੇ ਹੀ ਆਗੂ, ਕਾਂਗਰਸ ਦੇ ਸੀਨੀਅਰ ਆਗੂਆਂ ਨੇ, ਮੰਤਰੀਆਂ ਨੇ, ਖਾਸ ਕਰ ਤ੍ਰਿਜਿੰਦਰ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਕਿਉਂਕਿ ਰੰਧਾਵਾ ਸਾਹਿਬ ਅੱਜ ਕਰਤਾਰਪੁਰ ਸਾਹਿਬ ਗਏ ਨੇ ਟੀਮ ਲੈ ਕੇ, ਉਹ ਸਾਰਿਆਂ ਨੇ ਇਹਦੇ ਤੇ ਸਵਾਗਤ ਕੀਤਾ। ਇੱਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਨੇ ਵੀ ਸਵਾਗਤ ਕੀਤਾ। ਅਕਾਲੀਆਂ ਦੇ ਵਿੱਚੋਂ ਵੀ ਬਹੁਤ ਸਾਰੇ ਆਗੂਆਂ ਨੇ ਇਹਦੇ ਤੇ ਪਹਿਰਾ ਦਿੱਤਾ।
ਮੈਨੂੰ ਪ੍ਰਧਾਨ ਸਾਹਿਬ ਵਾਲਾ ਬਿਆਨ ਮੈਂ ਸੁਣ ਨਹੀਂ ਸਕਿਆ। ਉਹਨਾਂ ਨੇ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸਰਦਾਰ ਸੁਖਬੀਰ ਸਿੰਘ ਬਾਦਲ, ਉਹਨਾਂ ਨੇ ਵੀ ਇਹਦਾ ਜਿਹੜੀ ਹੈ ਉਹ ਸ਼ਲਾਘਾ ਕੀਤੀ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਸਹੀ ਕਦਮ ਕੀਤਾ। ਗੱਲ ਕੀ, ਕੱਲੀ ਸਿਆਸੀ ਧਿਰ ਤੇ ਹੋਰਨਾਂ ਨੇ ਇਹਨਾਂ ਕਾਨੂੰਨਾਂ ਦੇ ਮਾਮਲੇ ਦੇ ਵਿੱਚ ਸਵਾਗਤ ਹੀ ਕੀਤਾ ਕਿ ਪ੍ਰਧਾਨ ਮੰਤਰੀ ਨੇ ਘੱਟੋ ਘੱਟ ਇਹ ਫੈਸਲਾ ਸਹੀ ਕੀਤਾ। ਹੁਣ ਕਿਸਾਨ ਮੋਰਚੇ ਦੀ ਸ਼ਾਇਦ ਕੱਲ ਮੀਟਿੰਗ ਹੈ, ਉਹਦੇ ਵਿੱਚੋਂ ਕੀ ਫੈਸਲਾ ਲੈਂਦੇ ਨੇ। ਪਹਿਲੀ ਗੱਲ ਤਾਂ ਜਿਹੜੀ 22 ਨਵੰਬਰ ਨੂੰ ਉੱਥੇ ਲਖਨਊ ਦੇ ਵਿੱਚ ਮਹਾਪੰਚਾਇਤ ਹੋ ਰਹੀ ਹੈ, ਉਹਦੇ ਬਾਰੇ ਉਹਨਾਂ ਦਾ ਕੀ ਸਟੈਂਡ ਹੈ। ਤੇ ਦੂਸਰਾ, ਇੱਥੋਂ ਤੱਕ ਮੈਂ ਜਿਹੜੀ ਗੱਲ ਕਹਿਣਾ ਚਾਹਾਂ ਕਿ ਮਮਤਾ ਬੈਨਰਜੀ, ਉਹਨਾਂ ਨੇ ਵੀ ਇਹਦਾ ਸਵਾਗਤ ਕੀਤਾ। ਦੁਸ਼ਯੰਤ ਚੌਟਾਲਾ, ਜਿਹੜੇ ਗਹਿਲੋਤ ਸਾਹਿਬ ਨੇ, ਇੱਥੇ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕਰ ਜੀ, ਇਹਨਾਂ ਸਾਰਿਆਂ ਨੇ ਇਸ ਗੱਲ ਦੇ ਉੱਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਕਿ ਤੁਸੀਂ ਕਿਸਾਨਾਂ ਦੀ ਮੰਗ ਮੰਨ ਲਈ। ਕਿਸਾਨ ਲੰਬੇ ਸਮੇਂ ਤੋਂ ਉੱਥੇ ਬੈਠੇ ਸੀ। ਪ੍ਰਧਾਨ ਮੰਤਰੀ ਸਾਹਿਬ ਨੇ ਵੀ ਕਿਹਾ ਵੀ ਅੱਜ ਆਪਣੇ ਆਪਣੇ ਘਰਾਂ 'ਚ ਜਾ ਕੇ ਗੁਰਪੁਰਬ ਮਨਾਓ, ਪਰ ਉਹ ਕਹਿੰਦੇ ਕਿ ਪਹਿਲਾਂ ਤੁਸੀਂ ਇਹਨੂੰ ਲਾਗੂ ਕਰੋ, ਅਸੀਂ ਉਸ ਤੋਂ ਬਾਅਦ ਉੱਠਾਂਗੇ। ਪ੍ਰਧਾਨ ਮੰਤਰੀ ਦਾ ਖੁੱਲ੍ਹੇਆਮ ਕਿਹਾ ਜਾਣਾ, ਉਹਦਾ ਸਵਾਗਤ ਕਰਨਾ ਬਣਦਾ। ਇੱਕ ਵੱਡੀ ਪੋਸਟ ਦੇ ਉੱਤੇ ਬੈਠੇ ਨੇ, ਮੇਰਾ ਖਿਆਲ ਨਹੀਂ ਕਿ ਹੁਣ ਇਹਦੇ ਵਿੱਚ ਕੋਈ ਅੜਿੱਕੇ ਪੈਣਗੇ। ਜਦੋਂ ਪ੍ਰਧਾਨ ਮੰਤਰੀ ਨੇ ਆਪ ਕਹਿ ਦਿੱਤਾ ਹੈਗਾ ਤੇ 29 ਤਰੀਕ ਤੋਂ ਸੈਸ਼ਨ ਸ਼ੁਰੂ ਹੋਣਾ ਹੈ, ਸ਼ਾਇਦ ਇਹਨੂੰ ਪਹਿਲੇ ਜਾਂ ਦੂਜੇ ਦਿਨ 'ਚ ਹੀ ਲੈ ਆਉਣਗੇ ਤੇ ਸਾਰਿਆਂ ਨੇ ਇਹਦੇ 'ਚ ਇੱਕ ਜਿਹੜਾ ਕਿਸਾਨਾਂ ਨੇ 29 ਤਰੀਕ ਤੋਂ ਪ੍ਰੋਗਰਾਮ ਲਿਖਿਆ ਸੀ ਕਿ 500 ਦਾ ਜਥਾ ਜਾਇਆ ਕਰੇਗਾ, ਮੇਰਾ ਖਿਆਲ ਉਹਦੇ ਤੇ ਵੀ ਉਹਨਾਂ ਦਾ ਫੈਸਲਾ ਆ ਜਾਏਗਾ। ਹੁਣ ਉਹ ਜਥੇ ਲਿਜਾਣ ਦੀ ਲੋੜ ਨਹੀਂ ਪੈਣੀ ਕਿਉਂਕਿ ਇਹ ਕਾਨੂੰਨ ਜਿਹੜੇ ਹੈ ਉਹ ਰੱਦ ਕਰਨ ਬਾਰੇ ਪ੍ਰਧਾਨ ਮੰਤਰੀ ਨੇ ਐਲਾਨ ਕਰਤਾ ਹੈ। ਜੀ ਬਿਲਕੁਲ ਰੋਲ ਸਾਹਿਬ, ਅੱਜ ਦਾ ਜਿਹੜਾ ਦਿਨ ਬੜਾ ਖਾਸ ਹੈ। ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਜਿੱਥੇ ਅੱਜ ਰਾਤ ਨੂੰ ਦੀਪਮਾਲਾ ਕੀਤੀ ਜਾਏਗੀ, ਉੱਥੇ ਜ਼ਰੂਰ ਕਿਸਾਨਾਂ ਦੇ ਘਰਾਂ ਦੇ ਵਿੱਚ ਵੀ ਦੀਵੇ ਜਗਣਗੇ ਕਿਉਂਕਿ ਇੱਕ ਉਮੀਦ ਜਾਗ ਗਈ ਹੈ, ਐਲਾਨ ਹੋ ਗਿਆ ਹੈ। ਹਾਲਾਂਕਿ ਸੰਸਦ ਦੇ ਵਿੱਚ ਇਹਨਾਂ ਨੂੰ ਰੱਦ ਕੀਤਾ ਜਾਏਗਾ, ਖੇਤੀ ਕਾਨੂੰਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਕਿਸਾਨਾਂ ਨੂੰ। ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਧੰਨਵਾਦ ਹੈ ਸਾਡੇ ਦਰਸ਼ਕਾਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਪਿਆਰ ਦੇ ਰਹੇ ਨੇ, ਸਤਿਕਾਰ ਦੇ ਰਹੇ ਨੇ। ਇੱਕ ਮੇਰੀ ਵੀ ਸੁਣੋ ਪ੍ਰੋਗਰਾਮ, ਤੁਹਾਡਾ ਆਪਣਾ ਪ੍ਰੋਗਰਾਮ, ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਤੇ ਨਾਲ ਹੀ D5 ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਵੀ ਕਰੋ। ਬੈਲ ਆਈਕਨ ਤੇ ਜਾ ਕੇ ਕਲਿੱਕ ਕਰੋ, ਘੰਟੀ ਦੇ ਨਿਸ਼ਾਨ ਤੇ ਕਲਿੱਕ ਕਰੋਗੇ ਤਾਂ ਹਰ ਖਬਰ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇਗਾ। ਤੇ ਹੁਣ ਸਾਡੀਆਂ ਸਾਰੀਆਂ ਖਬਰਾਂ ਤੁਸੀਂ ਦੇਖ ਸਕਦੇ ਹੋ ਸਾਡੇ IPTV ਦੇ ਉੱਤੇ, D5 ਚੈਨਲ ਪੰਜਾਬੀ ਦੇ IPTV ਦੇ ਉੱਤੇ ਜਾ ਕੇ ਤੁਸੀਂ ਸਾਡੀਆਂ ਖਬਰਾਂ ਦੇਖ ਸਕਦੇ ਹੋ, ਸਾਰੀ ਅਪਡੇਟਸ ਲੈ ਸਕਦੇ ਹੋ। ਸਾਡੀ ਵੈਬਸਾਈਟ ਹੈ D5 ਚੈਨਲ ਪੰਜਾਬੀ ਦੀ, ਉਹਦੇ ਉੱਤੇ ਜਾ ਕੇ ਵੀ ਤੁਸੀਂ ਸਾਰੀਆਂ ਖਬਰਾਂ ਪੜ੍ਹ ਸਕਦੇ ਹੋ, ਰੋਜ਼ਾਨਾ ਦੀ ਜਾਣਕਾਰੀ ਹਾਸਲ ਕਰ ਸਕਦੇ ਹੋ। ਕੱਲ ਇਸੇ ਤਰ੍ਹਾਂ ਹੋਰ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਇਜਾਜ਼ਤ ਦਿਓ, ਧੰਨਵਾਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।